ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਵਾਗਤ। ਮੈਂ ਹਾਂ ਰੀਮਾ। ਅੰਤਰਰਾਸ਼ਟਰੀ, ਰਾਸ਼ਟਰੀ ਜਾਂ ਖੇਤਰੀ ਪੱਧਰ ਤੇ ਕੋਈ ਵੀ ਖਬਰ ਹੋਵੇ ਜੋ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਉਹਨਾਂ ਖਬਰਾਂ ਦੇ ਪਿੱਛੇ ਜੋ ਸੱਚਾਈ ਲੁਕੀ ਹੁੰਦੀ ਹੈ ਉਹਦੀ ਸਮੀਖਿਆ ਕਰਨ ਦੇ ਲਈ ਅਸੀਂ ਹਰ ਰੋਜ਼ ਆਪਣੇ ਸਟੂਡੀਓ 'ਚ ਸੱਦਾ ਦਿੰਦੇ ਹਾਂ ਇੱਕ ਮਾਹਰ ਮਹਿਮਾਨ ਨੂੰ। ਤੇ ਅੱਜ ਇਸ ਦੇ ਲਈ ਅਸੀਂ ਸੱਦਾ ਦਿੱਤਾ ਹੈ ਉਚੇਚੇ ਤੌਰ ਤੇ ਪੰਜਾਬ ਟਾਈਮਸ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਹੋਰਾਂ ਨੂੰ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਬਰਾੜ ਸਾਹਿਬ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਜਿਹਨੇ ਸਾਡਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜੋ ਕਿ ਇੱਕ ਚੰਗੀ ਖਬਰ ਹੈ। ਫਰਾਂਸ ਦੇ ਨਾਲ ਭਾਰਤ ਦਾ ਜੋ 36 ਰਾਫੇਲ ਜਹਾਜ਼ ਖਰੀਦਣ ਦਾ ਸਮਝੌਤਾ ਹੋਇਆ ਸੀ ਉਹਦੇ ਵਿੱਚੋਂ ਪਹਿਲੀ ਉਡਾਨ ਜਿਹੜੀ ਹੈ ਉਹ ਪਹਿਲੀ ਖੇਪ ਜਿਹੜੀ ਹੈ ਉਹ ਉਡਾਨ ਭਰ ਚੁੱਕੀ ਹੈ। ਤੇ ਇਸ ਕਰਕੇ ਇਹ ਜਿਹੜੀ ਰਾਫੇਲ ਜਹਾਜ਼ ਦੀ ਪਹਿਲੀ ਖੇਪ ਹੈ, 5 ਜਹਾਜ਼ ਜਿਹੜੇ ਨੇ ਉਹ ਕੱਲ੍ਹ ਯਾਨੀ ਕਿ 29 ਜੁਲਾਈ ਨੂੰ ਪਹੁੰਚ ਜਾਣੇ ਨੇ ਭਾਰਤ। ਕੀ ਕਹਿਣਾ ਚਾਹੋਗੇ, ਕੀ ਇਸ ਵੇਲੇ ਮਾਹੌਲ ਹੈ ਔਰ ਕਿੰਨੀ ਕੁ ਖੁਸ਼ੀ ਹੈ? ਮੇਰੇ ਖਿਆਲ ਇਹ ਬੜਾ ਅਹਿਮ ਮੌਕਾ ਹੈਗਾ ਜੀ। ਜੇ ਆਪਾਂ ਇਸ ਗੱਲ ਨੂੰ ਭੁੱਲ ਜਾਈਏ ਵੀ ਇਸ ਮੁੱਦੇ ਉੱਪਰ ਕਾਫੀ ਵਿਵਾਦ ਹੋਇਆ ਸੀ, 4 ਸਾਲ ਪਹਿਲਾਂ ਇਹ ਸਮਝੌਤਾ ਹੋਇਆ ਸੀਗਾ ਜੀ। ਤੇ ਇਹਦੇ ਜਿਹੜੀ ਜਹਾਜ਼ਾਂ ਦੀ ਕੀਮਤ ਬਾਰੇ ਸੁਪਰੀਮ ਕੋਰਟ ਤੱਕ ਕੇਸ ਵੀ ਚੱਲਿਆ ਸੀਗਾ, ਸਿਆਸੀ ਹਲਕਿਆਂ ਵਿੱਚ ਵੀ ਬੜੀ ਹਲਚਲ ਮੱਚੀ ਸੀ। ਉਹ ਮੇਰੇ ਖਿਆਲ ਹੁਣ ਸਮਾਪਤ ਹੋ ਚੁੱਕੀ ਹੈ। ਹੁਣ ਇਹਦੇ ਉੱਤੇ ਇਸ ਤਰ੍ਹਾਂ ਦਾ ਵਿਵਾਦ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ। ਪਰ ਇਹ ਬਹੁਤ ਅੱਛੀ ਗੱਲ ਹੈ ਵੀ ਅਸੀਂ ਇਸ ਕਲੱਬ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ, ਕਿਉਂਕਿ ਸੰਸਾਰ ਦੇ ਵਿੱਚ ਜਿਹੜੀਆਂ ਬਹੁਤ ਆਧੁਨਿਕ ਫੌਜਾਂ ਨੇ ਉਹਨਾਂ ਕੋਲ ਇਹ ਜਹਾਜ਼ ਨੇ, ਸਾਰਿਆਂ ਕੋਲ ਨਹੀਂ ਹੈਗੇ। ਤੇ ਇਹ ਭਾਰਤੀ ਫੌਜ ਜਿਹੜੀ ਹਵਾਈ ਫੌਜ ਹੈ ਉਹਨੂੰ ਜਹਾਜ਼ ਮਿਲਣ ਦੇ ਨਾਲ ਉਹਦੀ ਨਵੀਨੀਕਰਨ ਵੀ ਹੋ ਰਿਹਾ ਤੇ ਸਾਡੀ ਜਿਹੜੀ ਸਮਰੱਥਾ ਹੈ ਇਹ ਵੀ ਪੂਰੇ ਸੰਸਾਰ ਦੇ ਸਾਹਮਣੇ ਆ ਰਹੀ ਹੈਗੀ। ਜੀ ਜੀ। ਇਹਦੇ ਵਿੱਚੋਂ 10 ਜਹਾਜ਼ ਤਿਆਰ ਹੋ ਚੁੱਕੇ ਨੇ, 5 ਜਹਾਜ਼ ਕੱਲ੍ਹ ਜਿਵੇਂ ਤੁਸੀਂ ਦੱਸਿਆ ਹੈਗਾ। ਖੁਸ਼ੀ ਦੀ ਗੱਲ ਹੈ ਵੀ ਪੰਜਾਬ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ। ਅੰਬਾਲਾ ਪੰਜਾਬ ਦਾ ਹਿੱਸਾ ਰਿਹਾ ਕਿਸੇ ਵੇਲੇ, ਅੰਬਾਲੇ ਆਉਣਾ ਕੱਲ੍ਹ ਉਹਨਾਂ ਨੇ, ਤੇ ਉਹ ਇਸ ਸਮੇਂ UAE ਪਹੁੰਚ ਚੁੱਕੇ ਨੇ। ਤੇ 5 ਜਹਾਜ਼ ਟ੍ਰੇਨਿੰਗ ਦੇ ਲਈ ਫਰਾਂਸ ਦੇ ਵਿੱਚ ਹਾਲੇ ਰੱਖੇ ਹੋਏ ਨੇ। ਅਗਲੇ ਸਾਲ ਤੱਕ 36 ਟੋਟਲ ਜਹਾਜ਼ ਜਿਹੜੇ ਸੀ ਖਰੀਦੇ ਨੇ ਕੁੱਲ, ਅਗਲੇ ਸਾਲ ਤੱਕ ਉਹ ਸਾਡੀ ਹਵਾਈ ਫੌਜ ਨੂੰ ਮਿਲ ਜਾਣੇ ਨੇ ਜੀ। ਇੱਕ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਦੀ ਜਿਹੜੀ ਕੀਮਤ ਹੈਗੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈਗਾ। ਮੈਂ ਤਾਂ ਦੱਸਣਾ ਚਾਹੁੰਦਾ 59,059 ਕਰੋੜ ਇਹਦੀ ਟੋਟਲ ਪ੍ਰਾਈਸ ਹੈ 36 ਜਹਾਜ਼ਾਂ ਦੀ। ਤੇ ਇਹ ਇੱਕ ਵੱਡਾ ਸੌਦਾ ਹੈਗਾ, ਮੇਰੇ ਖਿਆਲ ਬਹੁਤ ਮਹਿੰਗਾ ਸੌਦਾ ਹੈਗਾ। ਇਸ ਕਰਕੇ ਮਹਿੰਗਾ ਨਹੀਂ ਹੈਗਾ ਵੀ ਜਹਾਜ਼ਾਂ ਦੀ ਕੀਮਤ ਜ਼ਿਆਦਾ ਲਗਾਏਗੀ, ਇਸ ਕਰਕੇ ਵੀ ਇੰਨਾ ਵੱਡਾ ਖਰਚਾ ਕਰਨਾ ਭਾਰਤ ਸਰਕਾਰ ਲਈ ਬਹੁਤ ਵੱਡੀ ਗੱਲ ਸੀਗੀ। ਪਰ ਇਹਦੇ ਨਾਲ ਅਸੀਂ ਸਾਨੂੰ ਇਹ ਖੁਸ਼ੀ ਹੋਣੀ ਚਾਹੀਦੀ ਹੈ ਵੀ ਸਾਡਾ ਜਿਹੜਾ ਸੁਰੱਖਿਆ ਸਿਸਟਮ ਹੈ, ਖਾਸ ਤੌਰ 'ਤੇ ਹਵਾਈ ਜਿਹੜਾ ਸੁਰੱਖਿਆ ਸਿਸਟਮ ਹੈ ਉਹ ਬੜਾ ਮਜ਼ਬੂਤ ਹੋਇਆ, ਕਿਉਂਕਿ ਸਾਡੇ ਗਵਾਂਢੀ ਦੇਸ਼ਾਂ ਕੋਲ ਬਹੁਤ ਆਧੁਨਿਕ ਹਥਿਆਰ ਨੇ। ਇਸ ਲਈ ਸਾਨੂੰ ਜ਼ਰੂਰਤ ਹੈ ਇਸ ਤਰ੍ਹਾਂ ਦੇ ਹਥਿਆਰਾਂ ਦੀ। ਤੇ ਇਹਦੇ ਉੱਤੇ ਮੇਰੇ ਖਿਆਲ ਸਿਆਸੀ ਜਿਹੜਾ ਵਿਵਾਦ ਹੈ ਹੁਣ ਖਤਮ ਹੋ ਜਾਣਾ ਚਾਹੀਦਾ। ਦੂਸਰੀ ਵੱਡੀ ਗੱਲ ਇਹ ਵੀ ਇਹ ਕੱਲ੍ਹ ਕਿਉਂਕਿ ਪਹੁੰਚਣਗੇ, ਕੱਲ੍ਹ ਰਸਮੀ ਤੌਰ 'ਤੇ ਇਹ ਹਵਾਈ ਫੌਜ ਸ਼ਾਮਲ ਹੋ ਜਾਣਗੇ, ਪਰ ਅਗਸਤ ਦੇ ਵਿੱਚ ਬਕਾਇਦਾ ਸਮਾਗਮ ਇਹਦੇ ਬਾਰੇ ਰੱਖਿਆ ਜਾਣਾਗਾ, ਕਿਉਂਕਿ ਮੌਜੂਦਾ ਜਿਹੜੇ ਹਾਲਾਤ ਨੇ ਥੋੜ੍ਹਾ ਜਿਹਾ ਮੁਸ਼ਕਿਲ ਹੈ ਸਰਕਾਰ ਦੇ ਲਈ। ਤੇ ਅਗਲੇ ਮਹੀਨੇ ਬਕਾਇਦਾ ਇਹਨੂੰ ਸਮਾਗਮ ਕਰਕੇ ਹਵਾਈ ਫੌਜ ਸ਼ਾਮਲ ਕੀਤਾ ਜਾਊਗਾ। ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਸਾਡਾ ਦੇਸ਼ ਜਿਹੜਾ ਰਾਈਫਲ ਕਲੱਬ ਦੇ ਵਿੱਚ ਸ਼ਾਮਲ ਹੋ ਗਿਆ। ਬਿਲਕੁਲ ਜੀ। ਵਧਦੇ ਹਾਂ ਅਗਲੀ ਖਬਰ ਦੇ ਵੱਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਇਸ ਵੇਲੇ ਵਿਸ਼ਵ ਮਹਾਮਾਰੀ ਬਣਿਆ ਹੋਇਆ ਹੈ ਔਰ ਪੂਰੇ ਵਿਸ਼ਵ ਦੇ ਵਿੱਚ 1 ਕਰੋੜ 65 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ। ਲੇਕਿਨ ਰਾਹਤ ਦੀ ਗੱਲ ਇਹ ਹੈ ਕਿ 1 ਕਰੋੜ ਤੋਂ ਜ਼ਿਆਦਾ ਮਰੀਜ਼ ਜਿਹੜੇ ਨੇ ਉਹ ਠੀਕ ਹੋ ਚੁੱਕੇ ਨੇ। ਜੇ ਗੱਲ ਕਰੀਏ ਭਾਰਤ ਦੀ, ਤੇ ਭਾਰਤ ਦੇ ਵਿੱਚ ਵੀ ਸੰਕਰਮਿਤ ਲੋਕਾਂ ਦੀ ਗਿਣਤੀ ਜਿਹੜੀ ਹੈ 14,70,000 ਤੋਂ ਉੱਪਰ ਟੱਪ ਚੁੱਕੀ ਹੈ। ਲੇਕਿਨ 9,47,000 ਤੋਂ ਜ਼ਿਆਦਾ ਮਰੀਜ਼ ਜਿਹੜੇ ਨੇ ਉਹ ਠੀਕ ਹੋ ਚੁੱਕੇ ਨੇ। ਲੇਕਿਨ ਇਹਦੇ ਨਾਲ ਨਾਲ ਹਰ ਰੋਜ਼ ਤਕਰੀਬਨ 40-50 ਹਜ਼ਾਰ ਦੇ ਕਰੀਬ ਜਿਹੜੇ ਕੇਸ ਨੇ ਉਹ ਸਾਹਮਣੇ ਆਉਂਦੇ ਨੇ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਇੱਕ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਸਾਰਾ ਮਸਲਾ ਆਇਆ ਸਾਰੇ ਸੰਸਾਰ ਦੇ ਵਿੱਚ, ਮੇਰੇ ਖਿਆਲ ਇਹ ਹੁਣ ਆਖਰੀ ਪੜਾਅ ਉੱਪਰ ਹੈ ਜੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੈਕਸੀਨ ਵੀ ਤਿਆਰ ਹੋ ਰਹੀਆਂ ਨੇ, ਦਵਾਈਆਂ ਵੀ ਤਿਆਰ ਹੋ ਰਹੀਆਂ ਨੇ। ਭਾਰਤ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਦੇਖਿਆ ਜਾਵੇ ਕੇਸਾਂ ਦੀ ਗਿਣਤੀ ਆਬਾਦੀ ਦੇ ਹਿਸਾਬ ਨਾਲ ਜ਼ਿਆਦਾ ਨਹੀਂ ਹੈਗੀ। ਉਹਦੇ ਵਿੱਚ ਜਿਹੜੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 60% ਤੋਂ ਵੀ ਜ਼ਿਆਦਾ ਹੈਗੀ। ਭਾਰਤ ਦੇ ਵਿੱਚ ਵੀ ਜਿਹੜੇ 9 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਨੇ। ਤੇ ਵੱਡੀ ਗੱਲ ਇਹ ਹੈ ਵੀ ਸਰਕਾਰ ਇਸ ਗੱਲ ਬਾਰੇ ਬਹੁਤ ਧਿਆਨ ਦੇ ਰਹੀ ਹੈ। ਇਹਦੇ ਨਾਲ ਜਿਹੜੀਆਂ ਸਿਹਤ ਸੇਵਾਵਾਂ ਵਿੱਚ ਵੀ ਵਿਸਥਾਰ ਹੋ ਰਹੇਗਾ। ਕੱਲ੍ਹ ਵੀ ਪ੍ਰਧਾਨ ਮੰਤਰੀ ਨੇ 3 ਜਿਹੜੀਆਂ ਸਿਖਲਾਈ ਸੰਸਥਾਵਾਂ ਦਾ ਉਦਘਾਟਨ ਕੀਤਾ ਨੋਇਡਾ ਦੇ ਵਿੱਚ, ਕੋਲਕਾਤਾ, ਮੁੰਬਈ ਦੇ ਵਿੱਚ। ਤੇ ਉਹ ਵੀ ਇੱਕ ਵੱਡੀ ਗੱਲ ਹੈ। ਤੇ ਸਰਕਾਰ ਨੇ ਕੱਲ੍ਹ ਹੀ ਇਹ ਵੀ ਕਿਹਾ ਹੈਗਾ, ਸਿਹਤ ਮੰਤਰੀ ਸਾਡੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ 15,000 ਕਰੋੜ ਦੇ ਨਵਾਂ ਜਿਹੜਾ ਢਾਂਚਾ ਵਿਕਸਿਤ ਕੀਤਾ ਜਾ ਰਿਹਾ। ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਕੋਵਿਡ ਲੈਬ ਬਣਾਈ ਜਾਏਗੀ ਸਰਕਾਰੀ ਤੌਰ 'ਤੇ, ਜਿਹੜੀ ਮਤਲਬ ਆਧੁਨਿਕ ਹੋਏਗੀ। ਤੇ ਇਹ ਇੱਕ ਵੱਡੀ ਗੱਲ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ, ਸਾਡੀ ਅਸਲ 'ਚ ਬਹੁਤੇ ਸਾਡੇ ਜਿਹੜੇ ਮਰੀਜ਼ ਨੇ ਇਸ ਕਰਕੇ ਆ ਰਹੇ ਵੀ ਅਸੀਂ ਅਨੁਸ਼ਾਸਨ ਦੇ ਵਿੱਚ ਨਹੀਂ ਰਹਿ ਰਹੇ, ਕਿਉਂਕਿ ਜ਼ਿਆਦਾਤਰ ਉਹਨਾਂ ਥਾਵਾਂ 'ਤੇ ਮਰੀਜ਼ ਆ ਰਹੇ ਨੇ ਜਿੱਥੇ ਬਿਜ਼ਨਸ ਸਰਗਰਮੀਆਂ ਜਾਂ ਕਾਰੋਬਾਰ ਸਰਗਰਮੀਆਂ ਜ਼ਿਆਦਾ ਨੇ।
ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਥੋੜੇ ਜਿਹੇ ਗੰਭੀਰ ਹੁੰਦੇ ਜਾ ਰਹੇ ਨੇ, ਕਿਉਂਕਿ ਪੰਜਾਬ 'ਚ ਪਹਿਲਾਂ ਹਾਲਤ ਠੀਕ ਸੀਗੇ, ਹੁਣ ਥੋੜੇ ਜਿਹੇ ਦਿਨਾਂ ਤੋਂ ਜਿਹੜੀ ਮੌਤਾਂ ਦੀ ਗਿਣਤੀ ਹੈ ਪਿਛਲੇ 24 ਘੰਟਿਆਂ 'ਚ 11 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈਗੀ, ਤੇ ਮਰੀਜ਼ਾਂ ਦੀ ਗਿਣਤੀ ਵੀ 12,000 ਤੋਂ ਜ਼ਿਆਦਾ ਹੋ ਚੁੱਕੀ ਉਹਦੇ ਵਿੱਚੋਂ ਜਿਹੜੇ ਠੀਕ ਹੋਏ ਨੇ ਉਹ ਬੇਸ਼ੱਕ ਵੱਡੀ ਗਿਣਤੀ 'ਚ ਠੀਕ ਹੋ ਚੁੱਕੇ ਨੇ, ਤੇ 100-150 ਦੇ ਕਰੀਬ ਹਲੇ ਬਹੁਤ ਗੰਭੀਰ ਹੈਗਾ। ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਖਾਸ ਤੌਰ ਤੇ ਇਲਾਜ ਸਹੂਲਤਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹਨਾਂ ਉੱਪਰ ਕੁਐਸਚਨ ਮਾਰਕ ਲੱਗਿਆ ਹੋਇਆ, ਕਿਉਂਕਿ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਸਰਕਾਰ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ, ਇਲਾਜ ਦੀਆਂ ਸਹੂਲਤਾਂ ਵਧਾਈਆਂ ਜਾਣ, ਉਹਨੂੰ ਚੈੱਕ ਕੀਤਾ ਜਾਣਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਇਲਾਜ ਹੋ ਰਿਹਾ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ ਦੇ ਵਿੱਚ, ਕਿਉਂ ਮੌਤਾਂ ਹੋ ਰਹੀਆਂ ਨੇ, ਇਹਨੂੰ ਮੇਰੇ ਖਿਆਲ ਵੱਖਰੇ ਤੌਰ ਤੇ ਚੈੱਕ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ, ਪੰਜਾਬ ਦੀ ਗੱਲ ਤੁਸੀਂ ਕੀਤੀ ਹੈ, ਸੋ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਕਿ 508 ਨਵੇਂ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ, ਲੇਕਿਨ ਇਹਦੇ ਨਾਲ ਲੁਧਿਆਣਾ ਜਿਹੜਾ ਹੈ ਸਭ ਤੋਂ ਅੱਗੇ ਚੱਲ ਰਿਹਾ ਹੈ। ਤੁਹਾਨੂੰ ਕੀ ਲੱਗਦਾ ਕਿ ਟੈਸਟ ਜ਼ਿਆਦਾ ਹੋਣ ਕਰਕੇ ਗਿਣਤੀ ਵੱਧ ਰਹੀ ਹੈ? ਪੰਜਾਬ ਕਿਉਂ ਹੁਣ ਦੋਨੋਂ ਗੱਲਾਂ ਨੇ, ਅਸਲ 'ਚ ਬਿਜ਼ਨਸ ਸਰਗਰਮੀਆਂ ਮੇਰੇ ਖਿਆਲ ਇੱਕ ਵੱਡਾ ਕਾਰਨ ਹੈ। ਕੋਈ ਲੁਧਿਆਣੇ ਦੇ ਵਿੱਚ ਜਿਹੜੀਆਂ ਕਾਰੋਬਾਰੀ ਸਰਗਰਮੀਆਂ ਜਾਂ ਇੰਡਸਟਰੀ ਨਾਲ ਜੁੜੀਆਂ ਸਰਗਰਮੀਆਂ ਵਧੀਆ ਨੇ, ਜਲੰਧਰ ਦੇ ਵਿੱਚ ਵੀ ਹੈ, ਅੰਮ੍ਰਿਤਸਰ ਦੇ ਵਿੱਚ ਵੀ ਹੈ, ਜਿਹੜੇ ਸ਼ਹਿਰਾਂ ਦੇ ਵਿੱਚ ਕਾਰੋਬਾਰ ਜ਼ਿਆਦਾ ਹੈਗਾ, ਜਿੱਥੇ ਕਾਰੋਬਾਰੀ ਸਰਗਰਮੀਆਂ ਜ਼ਿਆਦਾ ਨੇ ਉੱਥੇ ਜ਼ਿਆਦਾ ਕੇਸ ਨੇ। ਦੂਸਰੀ ਗੱਲ ਤੁਹਾਡੀ ਇਹ ਵੀ ਠੀਕ ਹੈ ਵੀ ਟੈਸਟਿੰਗ ਦੀ ਗਿਣਤੀ ਵਧੀ ਹੈ, ਤੁਸੀਂ ਦੇਸ਼ ਪੱਧਰ ਤੇ ਵੀ 5 ਲੱਖ ਤੋਂ ਜ਼ਿਆਦਾ ਰੋਜ਼ਾਨਾ ਟੈਸਟ ਹੋ ਰਹੇ ਨੇ, ਤੇ ਇਹ ਆਉਣ ਵਾਲੇ ਹਫ਼ਤੇ ਵਿੱਚ 10 ਲੱਖ ਟੈਸਟ ਹੋ ਜਾਣਾ, ਤੇ ਗਿਣਤੀ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। ਪਰ ਬਹੁਤਾ ਇਹ 'ਚ ਸਾਨੂੰ ਦਹਿਸ਼ਤ ਹੋਣ ਦੀ ਲੋੜ ਨਹੀਂ, ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। ਟੈਸਟ ਹੋਣ ਦਾ ਮਤਲਬ ਜਿਹੜੇ ਮਰੀਜ਼ ਟੈਸਟ ਹੁੰਦੇ ਨੇ ਉਹ ਠੀਕ ਵੀ ਹੁੰਦੇ ਨੇ। ਬਿਲਕੁਲ ਜੀ, ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਰਾਜਸਥਾਨ ਸੰਕਟ ਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ। ਸਚਿਨ ਪਾਇਲਟ ਦੀ ਬਗਾਵਤ ਤੋਂ ਬਾਅਦ ਸਰਕਾਰ ਬਚਾਉਣ ਦੇ ਵਿੱਚ ਜੁਟੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਲੈ ਹੀ ਨਹੀਂ ਰਹੀਆਂ। ਹੁਣ ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ 21 ਦਿਨ ਦਾ ਨੋਟਿਸ ਦਿਓ ਤੇ ਨਾਲ ਹੀ ਕੁਝ ਸ਼ਰਤਾਂ ਵੀ ਰੱਖੀਆਂ ਨੇ। ਕੀ ਨੇ ਬਰਾੜ ਸਾਹਿਬ ਉਹ ਸ਼ਰਤਾਂ, ਔਰ ਤੁਹਾਨੂੰ ਕੀ ਲੱਗਦਾ ਹੈ ਕਿ ਮਾਮਲਾ ਕਿੱਧਰ ਨੂੰ ਜਾਏਗਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਸ ਤਰ੍ਹਾਂ ਦਾ ਸੰਕਟ ਪੈਦਾ ਹੁੰਦਾ ਨਾ, ਇੱਕ ਦੂਜੇ ਖਿਲਾਫ ਇਲਜ਼ਾਮਬਾਜ਼ੀ ਵੀ ਸ਼ੁਰੂ ਹੋ ਜਾਂਦੀ ਹੈ, ਤੇ ਇਹ ਮੈਨੂੰ ਬੜੀ ਦੁੱਖ ਦੀ ਗੱਲ ਹੈ ਵੀ ਲੋਕਤੰਤਰ ਦੇ ਵਿੱਚ ਹਰ ਵਿਅਕਤੀ ਦਾ, ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ ਦਾ, ਮੰਤਰੀਆਂ ਦਾ, ਵਿਧਾਇਕਾਂ ਦੇ ਆਪਣੇ ਆਪਣੇ ਅਧਿਕਾਰ ਖੇਤਰ ਨੇ, ਉਹਨਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਰਾਜਪਾਲ ਨੇ ਮੇਰੇ ਖਿਆਲ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਸਰਕਾਰ ਦੇ ਨਾਲ ਜਿਸ ਤਰ੍ਹਾਂ ਦਾ ਰਾਬਤਾ, ਪਰ ਬਿਨਾਂ ਮਤਲਬ ਤੋਂ ਵਿਵਾਦ ਕੀਤਾ ਗਿਆ। ਤੁਸੀਂ ਦੇਖੋ, ਕਾਂਗਰਸ ਪੂਰੇ ਭਾਰਤ ਦੇ ਵਿੱਚ ਰਾਜਪਾਲ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ। ਰਾਜਪਾਲ ਨੇ ਕੋਈ ਵਿਵਾਦ ਵਾਲੀ ਗੱਲ ਮੇਰੇ ਖਿਆਲ ਨਹੀਂ ਕੀਤੀ। ਠੀਕ ਹੈ, ਰਾਜਪਾਲ ਦੀ ਇੱਕ ਸੰਵਿਧਾਨਕ ਡਿਊਟੀ ਹੈ। ਹੁਣ ਵੀ ਉਹਨਾਂ ਨੇ ਇਹ ਗੱਲ ਕਹੀ ਹੈ, 3 ਚੀਜ਼ਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਨੇ, ਮਤਲਬ ਜੇ ਤੁਸੀਂ ਵਿਧਾਨ ਸਭਾ ਦਾ ਬੁਲਾਉਣਾ ਹੈਗਾ ਸੈਸ਼ਨ ਤਾਂ 3 ਚੀਜ਼ਾਂ ਵੱਲ ਧਿਆਨ ਦੇਣਾ ਪਊਗਾ। 3 ਸ਼ਰਤਾਂ ਨੇ, ਮਤਲਬ ਇਹ ਸਮਝ ਲਓ। ਪਹਿਲੀ ਸ਼ਰਤ ਤਾਂ ਇਹ ਹੈ ਵੀ ਜਿਹੜਾ ਸੋਸ਼ਲ ਡਿਸਟੈਂਸ ਦਾ ਤੁਸੀਂ ਰੱਖਣਾ ਹੈਗਾ, ਕਿਉਂਕਿ 200 ਤੋਂ ਜ਼ਿਆਦਾ ਵਿਧਾਇਕ ਹੈ, ਬਾਕੀ ਸੁਰੱਖਿਆ ਕਰਮਚਾਰੀ ਹੋ ਜਾਂਦੇ ਨੇ, ਉਹ ਇੱਕ ਥਾਂ ਤੇ ਬਿਠਾਉਣੇ, ਦੂਰੀ ਰੱਖਣੀ, ਉਹ ਥੋੜਾ ਜਿਹਾ ਇੱਕ ਵੱਡਾ ਮਾਮਲਾ ਹੈਗਾ। ਇਹਦੇ ਵੱਲ ਧਿਆਨ ਸਰਕਾਰ ਨੂੰ ਦੇਣਾ ਚਾਹੀਦਾ, ਸਰਕਾਰ ਨੂੰ ਭਰੋਸਾ ਦੇਣਾ ਚਾਹੀਦਾ, ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਨੇ। ਦੂਸਰਾ ਇਹ ਵੀ ਜਿਹੜੇ ਵੱਖ-ਵੱਖ ਧਿਰਾਂ ਸ਼ਾਮਲ ਨੇ ਵਿਧਾਨ ਸਭਾ ਦੇ ਵਿੱਚ, ਵਿਧਾਇਕ ਨੇ, ਉਹਨਾਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ, ਉਹਨਾਂ ਦਾ ਬੋਲਣ ਦਾ ਅਧਿਕਾਰ ਸੁਰੱਖਿਅਤ ਹੋਣਾ ਚਾਹੀਦਾ ਹੈਗਾ। ਤੇ ਇੱਕ ਜਿਹੜਾ 21 ਦਿਨ ਦੇ ਨੋਟਿਸ ਦੀ ਗੱਲ ਹੈ, ਇਹ ਕੋਈ ਮੇਰੇ ਖਿਆਲ ਕੋਈ ਇਸ ਤਰ੍ਹਾਂ ਦੀਆਂ ਸ਼ਰਤਾਂ ਨਹੀਂ ਹੈਗੀਆਂ ਜਿਸ ਉੱਤੇ ਸਰਕਾਰ ਨੂੰ ਇਤਰਾਜ਼ ਹੋਣਾ ਚਾਹੀਦਾ। ਇਹ ਬਿਲਕੁਲ ਸਹੀ ਸ਼ਰਤਾਂ ਨੇ, ਸਰਕਾਰ ਨੂੰ ਬਹੁਤਾ ਦਹਿਸ਼ਤ ਹੋਣ ਦੀ ਲੋੜ ਨਹੀਂ, ਕਿਉਂਕਿ ਪਾਰਟੀ ਦਾ ਇਹ ਅਸਲ 'ਚ ਸੰਵਿਧਾਨਕ ਸੰਕਟ ਨਹੀਂ ਹੈਗਾ। ਮੈਂ ਪਹਿਲਾਂ ਵੀ ਇਸ ਬਾਰੇ ਲਿਖਿਆ ਹੈਗਾ, ਇਹ ਸੰਵਿਧਾਨਕ ਸੰਕਟ ਨਹੀਂ ਹੈਗਾ, ਇਹ ਪਾਰਟੀ ਸੰਕਟ ਹੈ। ਇਹ ਕਾਂਗਰਸ ਦਾ ਇੱਕ ਅੰਦਰੂਨੀ ਸੰਕਟ ਹੈ ਜਿਹੜਾ ਬਾਹਰ ਆ ਗਿਆ ਤੇ ਉਹਨੂੰ ਸੰਵਿਧਾਨਕ ਸੰਕਟ ਬਣਾਇਆ ਜਾ ਰਿਹਾ ਹੈ। ਕਾਂਗਰਸ ਨੂੰ ਆਪਣਾ ਅੰਦਰੂਨੀ ਸੰਕਟ ਹੱਲ ਕਰਨਾ ਚਾਹੀਦਾ ਹੈ, ਬੈਠ ਕੇ, ਜਿਸ ਤਰ੍ਹਾਂ ਵੀ ਹੋ ਸਕਦਾ ਹੈਗਾ। ਜੇ ਲੀਡਰਸ਼ਿਪ ਤਬਦੀਲੀ ਦੀ ਗੱਲ ਜਿਵੇਂ ਹੁਣ ਚੱਲ ਰਹੀ ਹੈ ਵੀ ਉੱਥੇ ਰਾਜਸਥਾਨ ਦੇ ਵਿੱਚ ਲੀਡਰਸ਼ਿਪ ਤਬਦੀਲੀ ਦੀ ਗੱਲ ਬਾਰੇ ਕਾਂਗਰਸ ਸੋਚ ਰਹੀ ਹੈਗੀ, ਤਾਂ ਮੇਰੇ ਖਿਆਲ ਇੱਕ ਵਧੀਆ ਆਪਸ਼ਨ ਹੈ, ਕੋਈ ਇਸ ਤਰ੍ਹਾਂ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਜਿਹਦੇ ਉੱਪਰ ਕਾਂਗਰਸ ਦੇ ਸਾਰੇ MLA ਸਹਿਮਤ ਹੋਣ। ਜਦੋਂ ਕਾਂਗਰਸ ਅੰਦਰਲੀ ਟੁੱਟ ਹੈ ਜਿਹੜੀ, ਜਾਂ ਕਾਂਗਰਸ ਵਿੱਚ ਇੱਕ ਧੜਾ ਬਣਦਾ ਵੱਖਰਾ, ਤਾਂ ਸੁਭਾਵਿਕ ਹੈ ਵੀ ਵਿਰੋਧੀ ਪਾਰਟੀਆਂ ਦਾ ਲਾਭ ਉਠਾਉਂਦੀਆਂ ਨੇ, ਭਾਜਪਾ ਵੀ ਚਾਹੇਗੀ ਵੀ ਉਹਨੂੰ ਲਾਭ ਮਿਲੇ ਇਸ ਗੱਲ ਦਾ। ਕਾਂਗਰਸ ਨੂੰ ਆਪਣਾ ਘਰ ਸੰਭਾਲਣਾ ਚਾਹੀਦਾ। ਇਹ ਰਾਜਸਥਾਨ ਦਾ ਸੰਕਟ ਬਹੁਤ ਲੰਬਾ ਨਹੀਂ ਚੱਲਣਾ ਹੈਗਾ, ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਹੋ ਸਕਦਾ ਹੈਗਾ ਜੇ ਕਾਂਗਰਸ ਠੀਕ ਤਰੀਕੇ ਨਾਲ ਇਸ ਗੱਲ ਨੂੰ ਹੈਂਡਲ ਕਰਦੀ ਹੈ। ਬਿਲਕੁਲ ਜੀ, ਵਧਦੇ ਹਾਂ ਅਗਲੀ ਖਬਰ ਦੇ ਵੱਲ। ਪੰਜਾਬ ਸਰਕਾਰ ਨੇ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਨੇ। ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਮੋਬਾਈਲ ਦੇ ਪੱਤੇ ਦੇ ਵਿੱਚ 50% ਦੀ ਕਟੌਤੀ ਕੀਤੀ ਹੈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਗੱਡੀਆਂ ਤੇ ਸਰਕਾਰੀ ਹਾਈ ਸਿਕਿਉਰਿਟੀ ਜਿਹੜੀ ਨੰਬਰ ਪਲੇਟ ਲਗਾਉਣੀ ਪਏਗੀ, ਨਾ ਲਗਾਉਣ ਤੇ 2000 ਦਾ ਜੁਰਮਾਨਾ ਜਿਹੜਾ ਹੈ ਉਹ ਲੱਗੇਗਾ। ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 1 ਅਕਤੂਬਰ ਤੋਂ ਇਹ ਨੋਟੀਫਿਕੇਸ਼ਨ, ਇਹ ਆਦੇਸ਼ ਜਾਰੀ ਹੋ ਜਾਣਗੇ। ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਸਰਕਾਰ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਜਦੋਂ ਕਰਨੇ ਚਾਹੀਦੇ ਨੇ, ਇੱਕ ਤਾਂ ਸਾਰੀਆਂ ਸੰਬੰਧਿਤ ਧਿਰਾਂ ਜਿਹੜੇ ਵੀ ਸਟੇਕ ਹੋਲਡਰ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈਗੀ, ਕਿਉਂਕਿ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਵੀ ਸਰਕਾਰ ਬੈਠ ਸਕਦੀ ਹੈ, ਗੱਲਬਾਤ ਕਰ ਸਕਦੀ ਹੈ। ਦੂਸਰਾ, ਇਸ ਤਰ੍ਹਾਂ ਦੇ ਜਿਹੜੇ ਕੋਈ ਨਿਯਮ ਬਣਦੇ ਨੇ ਉਹ ਸਾਰਿਆਂ ਤੇ ਬਰਾਬਰ ਲਾਗੂ ਹੋਣੇ ਚਾਹੀਦੇ ਨੇ। ਉਹਦੇ ਵਿੱਚ ਸਿਆਸੀ ਨੇਤਾਵਾਂ ਨੂੰ ਛੋਟ ਕਿਉਂ ਦਿੱਤੀ ਗਈ ਹੈ? ਮੰਤਰੀਆਂ ਦੇ ਵੀ ਮੋਬਾਈਲ ਭੱਤੇ ਬੰਦ ਹੋਣੇ ਚਾਹੀਦੇ ਨੇ,
ਵਿਧਾਇਕਾਂ ਦੇ ਵੀ ਬੰਦ ਹੋਣੇ ਚਾਹੀਦੇ ਨੇ, ਵੱਡੇ ਅਫਸਰਾਂ ਦੇ ਬੰਦ ਹੋਣੇ ਚਾਹੀਦੇ ਨੇ, ਸਿਰਫ ਮੁਲਾਜ਼ਮਾਂ ਦੇ ਨਹੀਂ ਹੋਣੇ ਚਾਹੀਦੇ। ਦੂਸਰੇ ਜਿਹੜੇ ਗੱਡੀਆਂ ਨਾਲ ਸੰਬੰਧ ਤਾਂ ਮੇਰੇ ਕੋਲ ਠੀਕ ਹੈ, ਉਹਦੇ ਤੇ ਅਮਲ ਹੋਣਾ ਚਾਹੀਦਾ, ਪਰ ਸਰਕਾਰ ਕੋਲੇ ਵਰਕਿੰਗ ਪਾਵਰ ਨਹੀਂ ਹੈਗੀ। ਇਹ ਚੀਜ਼ਾਂ ਨੂੰ ਲਾਗੂ ਕਰਨ ਲਈ ਵਰਕਿੰਗ ਪਾਵਰ ਚਾਹੀਦੀ ਹੈ, ਗਵਰਨੈਂਸ ਚਾਹੀਦੀ ਹੈ। ਗਵਰਨੈਂਸ ਬਹੁਤ ਕਮਜ਼ੋਰ ਹੈ ਸਰਕਾਰ ਦੀ ਇਸ ਸਮੇਂ। ਉਹ ਸਾਰੀ ਚੀਜ਼ਾਂ ਨੂੰ ਲਾਗੂ ਨਹੀਂ ਕਰ ਰਹੀ ਹੈਗੀ। ਸਿਰਫ ਚੋਣਵੇਂ ਲੋਕਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ, ਜਾਂ ਜਿਹੜੇ ਸਾਧਨਹੀਣ ਲੋਕ ਨੇ ਉਹਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ ਵੱਡੇ ਵੱਡੇ। ਇਹ ਇੱਕ ਤਾਂ ਇਹ ਸਰਕਾਰ ਨੂੰ ਚਾਹੀਦਾ। ਦੂਸਰਾ, ਜਿਹੜੇ ਵੀ ਫੈਸਲੇ ਲਏ ਜਾਣੇ ਚਾਹੀਦੇ ਨੇ ਉਹ ਆਪਸੀ ਸਹਿਮਤੀ ਨਾਲ ਲਏ ਜਾਣੇ ਚਾਹੀਦੇ ਨੇ। ਸਰਕਾਰ ਨੂੰ ਇੱਕ ਪਾਸੜ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਹੁਣ ਇਸ ਮੁੱਦੇ ਉੱਪਰ ਕਾਫੀ ਵਿਵਾਦ ਸ਼ੁਰੂ ਹੋ ਚੁੱਕਾ ਹੈ, ਮੁਲਾਜ਼ਮ ਜਥੇਬੰਦੀਆਂ ਇਤਰਾਜ਼ ਕਰ ਚੁੱਕੀਆਂ ਨੇ, ਤੇ ਇਹ ਸਾਰੇ ਜਿਹੜੇ ਮੁੱਦੇ ਨੇ ਆਪਸੀ ਵਿਚਾਰ ਵਟਾਂਦਰੇ ਦੇ ਨਾਲ ਹੱਲ ਕਰਨੇ ਚਾਹੀਦੇ ਨੇ। ਬਿਲਕੁਲ ਜੀ। ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਪੰਜਾਬ ਦੇ ਵਿੱਚ ਕੁਝ ਸਮਾਂ ਪਹਿਲਾਂ ਬੀਜ ਘੁਟਾਲਾ ਜਿਹੜਾ ਹੋਇਆ ਸੀ, ਉਹਦੀ ਜਾਂਚ ਹਾਲੇ ਤਾਂ ਮੁਕੰਮਲ ਨਹੀਂ ਹੋਈ, ਲੇਕਿਨ ਝੋਨੇ ਦੇ ਵਿੱਚ ਕੰਮ ਆਉਣ ਵਾਲਾ ਜਿਪਸਮ ਜਿਹੜਾ ਹੈ ਉਹਦੇ ਵਿੱਚ ਵੀ ਘੁਟਾਲੇ ਦੀ ਗੱਲ ਸਾਹਮਣੇ ਆਈ ਹੈ। 120 ਸੈਂਪਲ ਲਏ ਗਏ ਨੇ, ਉਹ ਸਾਰੇ ਸੈਂਪਲ ਫੇਲ ਹੋਏ ਨੇ। ਸੋ ਕੀ ਕਹਿਣਾ ਚਾਹੋਗੇ ਕਿ ਇਹ ਘੁਟਾਲੇ ਦਰ ਘੁਟਾਲੇ ਹੋ ਰਹੇ ਨੇ ਔਰ ਕਿਸਾਨਾਂ ਨੂੰ ਹੀ ਮਾਰ ਪੈ ਰਹੀ ਹੈ? ਬਿਲਕੁਲ, ਕਿਸਾਨਾਂ ਨੂੰ ਮਾਰ ਪੈ ਰਹੀ ਹੈ, ਆਮ ਲੋਕਾਂ ਨੂੰ ਵੀ ਮਾਰ ਪੈ ਰਹੀ ਹੈ, ਕਿਉਂਕਿ ਜਦੋਂ ਤੁਸੀਂ ਠੀਕ ਤਰੀਕੇ ਨਾਲ ਕੰਮ ਨਹੀਂ ਚਲਾਉਂਦੇ ਹੈਗੇ ਤਾਂ ਉਹ ਸਾਰੇ ਵਰਗਾਂ ਉੱਪਰ ਉਹਦਾ ਅਸਰ ਪੈਂਦਾ ਹੈਗਾ। ਇਹ ਮੇਰੇ ਖਿਆਲ ਬਹੁਤ ਇੱਕ ਨਿਖੇਧੀਜਨਕ ਗੱਲ ਹੈਗੀ। ਰਾਜਸਥਾਨ ਤੋਂ ਜਿਪਸਮ ਖਰੀਦੀ ਗਈ ਸੀਗੀ, ਖੇਤੀਬਾੜੀ ਵਿਭਾਗ ਦੇ ਰਾਹੀਂ ਇਹਦੀ ਖਰੀਦ ਹੋਈ ਸੀਗੀ। ਖੇਤੀਬਾੜੀ ਵਿਭਾਗ ਨੇ ਇਹ ਧਿਆਨ ਦੇਣਾ ਸੀ ਵੀ ਉਹਦੀ ਕੁਆਲਿਟੀ ਦੇ ਵੱਲ, ਉਹਦੇ ਮਿਆਰ ਦੇ ਵੱਲ ਧਿਆਨ ਦੇਣਾ ਸੀ। ਬਹੁਤ ਬਾਅਦ ਦੇ ਵਿੱਚ ਇਹਦੀ ਜਾਂਚ ਹੋਈ ਹੈ, ਬਾਅਦ ਦੇ ਵਿੱਚ ਇਹਦੇ ਨਮੂਨੇ ਲਏ ਗਏ ਨੇ, ਉਹ ਨਮੂਨੇ ਫੇਲ ਹੋਏ ਨੇ। 60% ਤੋਂ ਜ਼ਿਆਦਾ ਨਮੂਨੇ ਫੇਲ ਹੋਏ ਨੇ। ਇਹ ਮੇਰੇ ਖਿਆਲ ਬਹੁਤ, ਇੱਕ ਤਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਜਿਨ੍ਹਾਂ ਨੇ ਖਰੀਦ ਦੇ ਵਿੱਚ ਸ਼ਾਮਲ ਨੇ, ਜਿਹੜੇ ਲੋਕ, ਜਿਹੜੀਆਂ ਫਰਮਾਂ ਸ਼ਾਮਲ ਨੇ, ਉਹਨਾਂ ਦੇ ਖਿਲਾਫ ਫੌਰੀ ਤੌਰ ਤੇ ਕੇਸ ਦਰਜ ਹੋਣਾ ਚਾਹੀਦਾ। ਜਿਹੜੇ ਅਧਿਕਾਰੀ ਸ਼ਾਮਲ ਨੇ ਉਹਨਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ। ਪਹਿਲਾਂ ਵੀ ਬੀਜ ਘਪਲਾ ਹੋਇਆ ਸੀਗਾ ਅਕਾਲੀ ਸਰਕਾਰ ਵੇਲੇ, ਉਹਦਾ ਵੀ ਹਾਲੇ ਤੱਕ ਕੋਈ ਐਂਡ ਰਿਜ਼ਲਟ ਨਹੀਂ ਆਇਆ ਹੈਗਾ। ਇਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਹਲੇ ਵੀ ਇਹਨੂੰ ਲਿਪਾ ਪੋਚੀ ਕੀਤੀ ਜਾ ਰਹੀ ਹੈਗੀ। ਇਹਦਾ ਹੱਲ ਕੱਢਿਆ ਜਾਣਾ ਚਾਹੀਦਾ, ਕਿਉਂਕਿ ਖੇਤੀਬਾੜੀ ਨਾਲ ਜੁੜੀ ਜਿਹੜੀ ਚੀਜ਼ ਹੈਗੀ, ਖੇਤੀਬਾੜੀ ਬਹੁਤ ਪਵਿੱਤਰ ਇੱਕ ਕਿੱਤਾ ਹੈਗਾ। ਜਿਹੜੇ ਖੇਤੀਬਾੜੀ ਦੇ ਉਤਪਾਦਨ ਹੈਗਾ ਉਹ ਹਰ ਵਿਅਕਤੀ ਤੱਕ ਪਹੁੰਚਦਾ ਹੈਗਾ, ਹਰ ਮੂੰਹ ਤੱਕ ਪਹੁੰਚਦਾ। ਇਸ ਗੱਲ ਵੱਲ ਖਾਸ ਤੌਰ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਵੀ ਖੇਤੀਬਾੜੀ ਲਈ ਕੋਈ ਵੀ ਚੀਜ਼ ਦੀ ਜਿਹੜੀ ਸਰਕਾਰ ਖਰੀਦ ਕਰਦੀ ਹੈ ਉਹਦੀ ਕੁਆਲਿਟੀ ਕੰਟਰੋਲ ਰੱਖਿਆ ਜਾਵੇ। ਪਹਿਲੀ ਗੱਲ ਤਾਂ ਇਹ ਵੀ ਜਦੋਂ ਉਹਦੀ ਡਿਲੀਵਰੀ ਹੋ ਰਹੀ ਸੀ ਉਸੇ ਟਾਈਮ ਉਹਦੀ ਜਾਂਚ ਹੋਣੀ ਚਾਹੀਦੀ ਸੀ, ਡਿਲੀਵਰੀ ਉਸ ਤੋਂ ਬਾਅਦ ਹੋਣੀ ਚਾਹੀਦੀ ਸੀ। ਜੀ। ਸੋ ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਚੀਨ ਦਾ ਵਿਵਾਦ ਜਿਹੜਾ ਚੱਲ ਰਿਹਾ ਹੈ, ਸੋ ਉਸੇ ਦੇ ਤਹਿਤ ਭਾਰਤ ਨੇ ਇੱਕ ਹੋਰ ਕਾਰਵਾਈ ਕੀਤੀ ਹੈ। ਪਹਿਲਾਂ 59 ਐਪਸ ਤੇ ਪਾਬੰਦੀ ਲਾਈ ਸੀ, ਹੁਣ ਭਾਰਤ ਨੇ 275 ਐਪਸ ਦੀ ਜਾਂਚ ਦੇ ਹੁਕਮ ਦਿੱਤੇ ਹੈ ਸਰਕਾਰ ਨੇ। ਨਾਲ ਦੀ ਨਾਲ ਉਹਨਾਂ ਨੇ 47 ਹੋਰ ਐਪਸ ਤੇ ਪਾਬੰਦੀ ਵੀ ਲਗਾ ਦਿੱਤੀ ਹੈ। ਕਿਹਾ ਕਿ ਜਿਹੜੀਆਂ ਐਪਸ ਸਾਨੂੰ ਲੱਗੇਗਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਦੇ ਉੱਪਰ ਕਿਸੇ ਵੀ ਵੇਲੇ ਪਾਬੰਦੀ ਲੱਗ ਸਕਦੀ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਸਹੀ ਗੱਲ ਹੈ ਜੀ। ਪਹਿਲੀ ਗੱਲ ਤਾਂ ਇਹ ਵੀ ਸਿਰਫ ਸਰਕਾਰ ਦੀ ਇਹ ਖਤਰਾ ਨਹੀਂ ਹੈਗਾ, ਇਹ ਲੋਕਾਂ ਲਈ ਵੀ ਖਤਰਾ ਹੈ। ਜਿਹੜੇ ਐਪ ਨੇ ਜਾਂ ਜਿਹੜੇ ਕੋਈ ਇੰਟਰਨੈਟ ਤੇ ਇਸ ਤਰ੍ਹਾਂ ਦੀ ਚੀਜ਼ਾਂ ਉਪਲਬਧ ਨੇ, ਇਹ ਸੰਸਾਰ ਦੇ ਵਿੱਚ ਇੱਕ ਬੜਾ ਵੱਡਾ ਹਥਿਆਰ ਬਣ ਚੁੱਕੇ ਨੇ। ਇਹ ਇਸ ਗੱਲ ਨੂੰ, ਇਹਦੇ ਤੇ ਜਾਂਚ ਲਗਾਤਾਰ ਹੋਣੀ ਚਾਹੀਦੀ ਹੈ। ਅੱਜ ਨਹੀਂ, ਅੱਜ ਸੰਕਟ ਹੈ, ਅੱਜ ਆਪਾਂ ਇਸ ਗੱਲ ਦੀ ਇਹ ਲਗਾਤਾਰ ਇਹਦੇ ਉੱਤੇ ਨਜ਼ਰ ਰੱਖੀ ਜਾਣੀ ਚਾਹੀਦੀ ਹਰ ਐਪ ਉੱਪਰ। ਹਰ ਇਸ ਤਰ੍ਹਾਂ ਦੀ ਜਿਹੜੀ ਕੋਈ ਕਾਰਵਾਈ ਹੈ, ਕੋਈ ਕਿਉਂਕਿ ਕਈ ਤਰ੍ਹਾਂ ਦੀ ਜਸੂਸੀ ਹੋ ਰਹੀ ਹੈ, ਕਈ ਤਰ੍ਹਾਂ ਦਾ ਡਾਟਾ ਲੋਕਾਂ ਦਾ ਚੋਰੀ ਹੋ ਰਿਹਾ। ਬਾਕੀ ਦੇਸ਼ਾਂ ਵਿੱਚ ਵੀ ਇਹ ਕੰਮ ਚੱਲਦਾ ਹੈਗਾ, ਅਮਰੀਕਾ ਦੇ ਵਿੱਚ ਵੀ ਜਾਂ ਹੋਰ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਗਈਆਂ ਨੇ। ਇਸ ਗੱਲ ਵੱਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ, ਇਹਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਹਰ ਐਪ ਜੋ ਵੀ ਕਿਤੇ ਬਣਦਾ ਗਾ ਜਾਂ ਕੋਈ ਇਸ ਤਰ੍ਹਾਂ ਦੀ ਈਵਨ ਜਿਹੜੇ ਮੈਸੇਜ ਬਣਦੇ ਨੇ, ਜਿਹੜੇ ਅਸੀਂ ਫਾਰਵਰਡ ਕਰਦੇ ਕੁਝ ਨੂੰ, ਉਹਨਾਂ ਵਿੱਚ ਵੀ ਰਾਹੀਂ ਵੀ ਕਈ ਤਰ੍ਹਾਂ ਦੀ ਜਸੂਸੀ ਹੋ ਰਹੀ ਹੈ, ਉਹਨੂੰ ਰੋਕਿਆ ਜਾਣਾ ਚਾਹੀਦਾ ਹੈਗਾ। ਜੀ ਉਧਰ ਰੂਸ ਨੇ ਵੀ ਚੀਨ ਨੂੰ ਝਟਕਾ ਦੇ ਦਿੱਤਾ ਹੈ ਔਰ S-400 ਮਿਜ਼ਾਈਲ ਜਿਹੜੀ ਹੈ ਉਹਦੀ ਖੇਪ ਤੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਕੀ ਲੱਗਦਾ ਹੈ ਇਸ ਰੋਕ ਦੇ ਨਾਲ ਕੀ ਫਰਕ ਪਏਗਾ? ਮੇਰੇ ਖਿਆਲ ਇੱਕ ਵੱਡਾ ਧੱਕਾ ਲੱਗੇਗਾ। ਬੇਸ਼ੱਕ ਰੂਸ ਦਾ ਨੁਕਸਾਨ ਹੈ ਇਹਦੇ ਵਿੱਚ, ਕਿਉਂਕਿ ਰੂਸ ਨੂੰ ਹਥਿਆਰ ਵੇਚਣ ਦਾ ਮੁੱਖ ਉਹਦਾ ਕਾਰੋਬਾਰ ਹੈਗਾ, ਪਰ ਮੌਜੂਦਾ ਜਿਹੜੀਆਂ ਹਾਲਾਤਾਂ ਨੇ ਉਹਦੇ ਵਿੱਚ ਚੀਨ ਦੇ ਜਿਹੜੀਆਂ ਸਰਗਰਮੀਆਂ ਨੇ ਉਹ ਰੂਸ ਲਈ ਵੀ ਖਤਰਾ ਨੇ, ਹਲੇ ਭਾਰਤ ਲਈ ਨਹੀਂ। ਇਸ ਕਰਕੇ ਜਿਹੜਾ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ, ਇਸ ਗੱਲ ਨੂੰ ਇਹ ਸਮਝਿਆ ਜਾਣਾ ਚਾਹੀਦਾ ਸੰਸਾਰ ਪੱਧਰ ਤੇ ਇੱਕ ਨਵੀਂ ਸਫਬੰਦੀ ਹੋ ਰਹੀ ਹੈਗੀ। ਉਸ ਸਫਬੰਦੀ ਦੇ ਵਿੱਚੋਂ ਹੀ ਚੀਨ ਨੂੰ ਘੇਰਿਆ ਜਾ ਰਿਹਾ ਕਈ ਪਾਸਿਆਂ ਤੋਂ, ਤੇ ਭਾਰਤ ਲਈ ਤਾਂ ਇਹ ਇੱਕ ਮੇਰੇ ਖਿਆਲ ਇੱਕ ਖੁਸ਼ੀ ਦਾ ਮੁਕਾਮ ਹੈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਭਾਰਤ ਦਾ ਇਸ ਗੱਲ ਨੂੰ ਲਾਭ ਮਿਲੇਗਾ। ਜੀ। ਸੋ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ 98% ਤੋਂ ਜ਼ਿਆਦਾ ਅੰਕ ਹਾਸਲ ਕੀਤੇ ਨੇ, ਉਹਨਾਂ ਨੂੰ ਪੰਜਾਬ ਸਰਕਾਰ 5100 ਦਾ ਨਕਦ ਇਨਾਮ ਦੇਗੀ। ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਬਰਾੜ ਸਾਹਿਬ, ਕੀ ਲੱਗਦਾ ਹੈ ਕਿ ਬੱਚਿਆਂ ਨੂੰ ਕਿੰਨੀ ਹੱਲਾਸ਼ੇਰੀ ਮਿਲੇਗੀ? ਮੇਰੇ ਖਿਆਲ ਇੱਕ ਚੰਗੀ ਵਧੀਆ ਇਹ ਹੈਗੀ ਯੋਜਨਾ। ਵਿਦਿਆਰਥੀ ਉਤਸ਼ਾਹਿਤ ਵੀ ਹੋਣਗੇ, ਹੋਰ ਬੱਚੇ ਇਸ ਗੱਲ ਤੋਂ ਸਿੱਖਣਗੇ ਵੀ ਅਸੀਂ ਵੱਧ ਨੰਬਰ ਲਈਏ। ਪਰ ਇਹ ਸਰਕਾਰ ਦੀ ਜਿਹੜੀ ਯੋਜਨਾ ਇਹ ਥੋੜ੍ਹੀ ਜਿਹੀ ਅਧੂਰੀ ਹੈਗੀ। ਇਹ ਸਿੱਖਿਆ ਵਿਭਾਗ ਨੇ ਯੋਜਨਾ ਬਣਾਈ ਹੈ, ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੱਚੇ 'ਚ ਸ਼ਾਮਿਲ ਕੀਤੇ ਗਏ ਨੇ। 156 ਬੱਚੇ ਨੇ, ਤੇ ਮੇਰੇ ਖਿਆਲ ਦੂਸਰੇ ਜਿਹੜੇ ਬੋਰਡ ਨੇ, ਜਿਹੜੇ ਪੰਜਾਬ ਦੇ ਵਿੱਚ ਸਕੂਲ ਹੈਗੇ ਨੇ ਦੂਸਰੇ ਬੋਰਡਾਂ ਦੇ, ਉਹਨਾਂ ਬੱਚਿਆਂ ਦੀ ਵੀ ਚੋਣ ਇਸ ਤਰ੍ਹਾਂ ਹੋਣੀ ਚਾਹੀਦੀ ਹੈਗੀ। ਜਿਨ੍ਹਾਂ ਬੱਚਿਆਂ ਨੇ ਇਸ
ਨੰਬਰ ਲਏ ਨੇ 98%, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਜੀ, ਚਾਹੀਦਾ। ਇੱਕ ਹੋਰ ਗੱਲ ਬਹੁਤ ਜ਼ਰੂਰੀ ਹੈ, ਜਿਹੜੇ ਅਧਿਆਪਕ ਨੇ ਜਿਨ੍ਹਾਂ ਦੀ ਮਿਹਨਤ ਨਾਲ ਬੱਚੇ ਅੱਗੇ ਆਏ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ। ਸਕੂਲਾਂ ਨੂੰ ਵੀ ਉਹ ਜਿਹੜੇ ਸਕੂਲ ਜਿਹੜੇ ਚੰਗੇ ਨਤੀਜੇ ਦੇ ਰਹੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਚਾਹੀਦਾ, ਉਹਨੂੰ ਮਦਦ ਕਰਨੀ ਚਾਹੀਦੀ ਹੈ। ਪਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਸਿੱਖਿਆ ਦੇ ਜਿਹੜੇ ਬੁਨਿਆਦੀ ਢਾਂਚੇ ਆ ਉਹਨੂੰ ਮਜ਼ਬੂਤ ਕਰੇ, ਉਹਦੇ ਵਿੱਚ ਹੋਰ ਨਿਵੇਸ਼ ਕਰੇ, ਹੋਰ ਸਕੂਲਾਂ ਦੀ ਬਿਹਤਰ ਹਾਲਤ ਬਣਾਵੇ। ਸਕੂਲਾਂ ਦੀ ਬਿਹਤਰ ਹਾਲਤ ਨਾ ਹੋਣ ਦੇ ਬਾਵਜੂਦ ਵੀ ਸਾਡੇ ਨਤੀਜੇ ਚੰਗੇ ਆ ਰਹੇ ਨੇ, ਇਹ ਸਾਡੇ ਅਧਿਆਪਕਾਂ ਦੇ ਸਿਰ ਸਿਹਰਾ ਜਾਂਦਾ ਹੈ, ਸਾਡੇ ਬੱਚਿਆਂ ਦੇ ਸਿਰ ਜਾਂਦਾ ਹੈ। ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਉਹ ਸਕੂਲਾਂ ਦੀ ਸੂਚੀ ਬਣਾਈ ਜਾਵੇ ਜਿਹੜੇ ਸਕੂਲ ਚੰਗੇ ਨਤੀਜੇ ਦੇ ਰਹੇ ਨੇ, ਉਹਨਾਂ ਸਕੂਲਾਂ ਦੀ ਸੂਚੀ ਬਣਾਈ ਜਾਣੀ ਚਾਹੀਦੀ ਜਿਨ੍ਹਾਂ ਵਿੱਚ ਨਤੀਜੇ ਮਾੜੇ ਆਏ ਨੇ ਕਿਸੇ ਕਾਰਨ, ਉਹਨਾਂ ਦੇ ਬੁਨਿਆਦੀ ਢਾਂਚੇ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਦੂਸਰਾ ਇਹ ਹੈ ਵੀ ਜਿੱਥੇ ਕਿਤੇ ਜ਼ਰੂਰਤ ਹੈਗੀ ਉਹ ਜਿਹੜੇ ਅਧਿਆਪਕ ਠੀਕ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਵੀ ਇਸ ਗੱਲ ਦਾ ਘੱਟੋ ਘੱਟ ਅਹਿਸਾਸ ਕਰਾਇਆ ਜਾਣਾ ਚਾਹੀਦਾ ਵੀ ਤੁਹਾਡੇ ਨਤੀਜੇ ਠੀਕ ਨਹੀਂ ਆ ਰਹੇ। ਜੀ ਜੀ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੌਨਸੂਨ ਜਿਹੜਾ ਹੈ ਮੱਧ ਜੁਲਾਈ ਤੋਂ ਆਰੰਭ ਹੋ ਚੁੱਕਿਆ, ਲੇਕਿਨ ਪੰਜਾਬ ਦੇ ਵਿੱਚ ਮੌਨਸੂਨ ਦਾ ਉਹ ਚਰਾਟਾ ਜਿਹੜਾ ਹਾਲੇ ਤੱਕ ਮਹਿਸੂਸ ਨਹੀਂ ਕੀਤਾ ਜਾ ਰਿਹਾ। ਬਰਾੜ ਸਾਹਿਬ, ਕੀ ਲੱਗਦਾ ਹੈ ਕਿ ਮੌਨਸੂਨ ਦਾ ਕੀ ਅਸਰ ਪਏਗਾ ਔਰ ਕਦ ਤੱਕ ਮੌਨਸੂਨ ਜਿਹੜਾ ਚੰਗੀ ਤਰ੍ਹਾਂ ਨਾਲ ਐਕਟਿਵ ਹੋ ਜਾਏਗਾ? ਦੇਖੋ, ਇਸ ਬਾਰੇ ਤਾਂ ਮੌਸਮ ਵਿਗਿਆਨ ਹੀ ਜ਼ਿਆਦਾ ਦੱਸ ਸਕਦੇ ਨੇ ਵਧੀਆ, ਤੇ ਪਰ ਮੇਰੇ ਖਿਆਲ ਬਹੁਤੀ ਇਸ ਗੱਲ ਦੇ ਵੀ ਸਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈਗੀ। ਬਾਰਿਸ਼ ਇੱਕ ਪਹਿਲਾਂ ਪੈ ਚੁੱਕੀ ਹੈਗੀ, ਆਉਣ ਵਾਲੇ ਹਫ਼ਤੇ ਦੇ ਵਿੱਚ ਹੋਰ ਸੁਭਾਵਨਾ ਪ੍ਰੈਡਿਕਸ਼ਨ ਆਈ ਹੈ ਵੀ ਹੋਰ ਬਾਰਿਸ਼ ਪਏਗੀ। ਸਾਨੂੰ ਸਿਰਫ ਇਸ ਗੱਲ ਦੀ ਜ਼ਰੂਰਤ ਹੈ ਵੀ ਸਾਨੂੰ ਇੱਕ ਤਾਂ ਖੇਤੀਬਾੜੀ ਵੱਲ ਜਿਹੜਾ ਖੇਤੀਬਾੜੀ ਦਾ ਪ੍ਰਬੰਧ ਹੈ ਸਿੰਜਾਈ ਦਾ, ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਸਰਕਾਰ ਨੂੰ ਨਹਿਰੀ ਪਾਣੀ ਵਧੇਰੇ ਛੱਡਣਾ ਚਾਹੀਦਾ ਹੈਗਾ। ਬਿਜਲੀ ਜਿਹੜੀ ਹੈ ਟਿਊਬਵੈਲਾਂ ਨੂੰ, ਖੇਤੀ ਟਿਊਬਵੈਲਾਂ ਨੂੰ ਵਧੇਰੇ ਛੱਡੀ ਜਾਣੀ ਚਾਹੀਦੀ ਜਦ ਤੱਕ ਬਾਰਿਸ਼ਾਂ ਨਹੀਂ ਸ਼ੁਰੂ ਹੁੰਦੀਆਂ ਹੈਗੀਆਂ। ਦੂਸਰਾ, ਜੇ ਬਾਰਿਸ਼ ਹੁੰਦੀ ਹੈ ਤਾਂ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਜਿਨ੍ਹਾਂ 'ਚ ਹੜ੍ਹ ਆਉਣ ਦੀ ਸੰਭਾਵਨਾ ਹੁੰਦੀ ਹੈ। ਸਾਡੇ ਕਈ ਸੂਬਿਆਂ ਵਿੱਚ ਹੜ੍ਹ ਆ ਚੁੱਕੇ ਨੇ। ਉਸ ਮੁੱਦੇ ਉੱਪਰ ਵੀ ਸਰਕਾਰ ਨੂੰ ਪ੍ਰਬੰਧ ਕਰਨੇ ਚਾਹੀਦੇ ਨੇ। ਵੱਖ-ਵੱਖ ਥਾਵਾਂ 'ਤੇ ਜਿਹੜੇ ਬੰਨ੍ਹ ਨੇ ਬਣਾਏ ਹੋਏ ਆਪਣਾ ਬਚਾਅ ਲਈ ਹੜ੍ਹ ਤੋਂ, ਉਹਨਾਂ ਦੀ ਮਜ਼ਬੂਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਜੀ। ਸੋ ਮੌਨਸੂਨ ਦੇ ਨਾਲ ਇੱਕ ਫਿਕਰ ਜਿਹੜੀ ਹੈ ਉਹ ਬਣ ਜਾਂਦੀ ਹੈ, ਉਹ ਇਹ ਹੈ ਕਿ ਕਿਸ ਤਰੀਕੇ ਨਾਲ ਕਰੋਨਾ ਜਿਹੜਾ ਉਹ ਵੀ ਫੈਲ ਰਿਹਾ, ਦੂਜੇ ਪਾਸੇ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਵੀ ਫੈਲ ਜਾਂਦੀਆਂ ਨੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਦੀ ਕਿੰਨੀ ਕੁ ਤਿਆਰੀ ਹੈ ਔਰ ਕਿੰਨੀ ਕੁ ਅੱਗੋਂ ਹੋਣੀ ਚਾਹੀਦੀ ਹੈ? ਮੇਰੇ ਖਿਆਲ ਡੇਂਗੂ ਦੇ ਖਿਲਾਫ ਤਾਂ ਪਹਿਲਾਂ ਹੀ ਕਾਰਵਾਈ ਚੱਲ ਰਹੀ ਹੈ, ਪਰ ਉਹਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਲੋਕਾਂ ਨੂੰ ਅਸਲ 'ਚ ਆਪਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਹੜੀਆਂ ਸਿਹਤ ਨਾਲ ਸੰਬੰਧਿਤ ਹਦਾਇਤਾਂ ਨੇ ਸਭ ਲੋਕਾਂ ਨੂੰ ਪਤਾ ਹੈਗਾ। ਪਾਣੀ ਨਹੀਂ ਖੜਨ ਦੇਣਾ, ਅਸੀਂ ਘਰਾਂ ਵਿੱਚ ਸਾਫ਼ ਸਫਾਈ ਰੱਖਣੀ, ਸਵੱਛਤਾ ਰੱਖਣੀ ਆ, ਖਾਣ ਪੀਣ ਦਾ ਜਿਹੜਾ ਅਸੀਂ ਖਾਂਦੇ ਹਾਂ ਜੋ ਵੀ ਉਹ ਵੀ ਹੈਲਥੀ ਖਾਣਾ ਹੈਗਾ। ਇਹ ਗੱਲਾਂ ਵੱਲ ਜੇ ਧਿਆਨ ਦਈਏ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਆਉਂਦੀਆਂ। ਅਸਲ 'ਚ ਬਹੁਤੀ ਜਿਹੜੀਆਂ ਬਿਮਾਰੀਆਂ ਨੇ ਉਹ ਸਾਡੇ ਖਾਣ ਪੀਣ ਤੋਂ ਜਾਂ ਸਾਫ਼ ਸਫਾਈ ਕਾਰਨ ਹੀ ਆਉਂਦੀਆਂ ਨੇ। ਕਰੋਨਾ ਸੰਕਟ ਦਾ ਵਧਣਾ ਘਟਣਾ ਮੇਰੇ ਖਿਆਲ ਇਹਦੇ ਨਾਲ ਸੰਬੰਧਿਤ ਸ਼ਾਇਦ ਨਾ ਹੋਵੇ ਜ਼ਿਆਦਾ, ਇਹ ਡਾਕਟਰ ਬਿਹਤਰ ਦੱਸ ਸਕਦੇ ਨੇ। ਪਰ ਜਿਹੜੀਆਂ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਨੇ, ਜਿਨ੍ਹਾਂ 'ਚ ਮਲੇਰੀਆ ਵੀ ਹੈ, ਡੇਂਗੂ ਵੀ ਹੈ, ਛੋਟੀਆਂ ਨੇ ਵੱਡੀਆਂ ਬਿਮਾਰੀਆਂ ਨੇ ਵੈਸੇ ਇਹ, ਤੇ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਸਾਰੇ ਜੇ ਸਹਿਯੋਗ ਕਰੀਏ, ਸਿਹਤ ਵਿਭਾਗ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ, ਸਾਰੇ ਇਸ ਤਰ੍ਹਾਂ ਦੇ ਪ੍ਰਬੰਧ ਕਰੀਏ ਤਾਂ ਇਹ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ, ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਬਹੁਤ ਜਿਹੜੇ ਲੋਕ ਨੇ ਉਹ ਬਿਮਾਰ ਨਹੀਂ ਹੋਣਗੇ ਜੇ ਅਸੀਂ ਇਹਨਾਂ ਵੱਲ ਧਿਆਨ ਦਈਏ। ਜੀ ਬਿਲਕੁਲ। ਪੰਜਾਬ ਸਰਕਾਰ ਆਏ ਦਿਨ ਨਵੇਂ ਤੋਂ ਨਵੇਂ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਭਾਰੀ ਜੁਰਮਾਨੇ ਵੀ ਲਾਉਂਦੀ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ, ਮਾਸਕ ਪਾਓ। ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਸੜਕਾਂ ਦੇ ਉੱਪਰ ਜਿੰਨੇ ਵੀ ਲੋਕ ਘੁੰਮਦੇ ਨੇ ਹਾਲੇ ਵੀ ਉਹਨਾਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ, ਇਸ ਨੂੰ ਸੀਰੀਅਸਲੀ ਨਹੀਂ ਲੈ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਆਪਣੀ ਹੋਰ ਜ਼ਿਆਦਾ ਖਿਆਲ ਰੱਖਣ ਦੇ ਲਈ ਇਹਨਾਂ ਨਿਯਮਾਂ ਦਾ ਖੁਦ ਪਾਲਣ ਕਰਨਾ ਚਾਹੀਦਾ ਹੈ? ਅਸਲ 'ਚ ਅਸੀਂ ਅਨੁਸ਼ਾਸਨ ਦੇ ਵਿੱਚ ਨਹੀਂ ਹੈਗੇ, ਇਸੇ ਕਰਕੇ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ। ਤੁਸੀਂ ਦੇਖੋ ਜਲੰਧਰ ਦੇ ਵਿੱਚ ਕਰੋੜਾਂ ਰੁਪਏ ਜੁਰਮਾਨਾ ਹੋ ਰਿਹਾ, ਇਸ ਦੇ ਬਾਵਜੂਦ ਲੋਕ ਮਾਸਕ ਨਹੀਂ ਪਾ ਰਹੇ ਹੈਗੇ। ਤੁਸੀਂ ਜਦੋਂ ਜਾਂਦੇ ਹੋ ਦੁਕਾਨਾਂ ਦੇ ਉੱਪਰ, ਖਾਸ ਤੌਰ ਸੜਕਾਂ ਉੱਪਰ ਤਾਂ ਮੇਰੇ ਖਿਆਲ ਭੀੜ ਨਹੀਂ ਲੱਗਦੀ ਹੈਗੀ, ਦੁਕਾਨਾਂ ਉੱਪਰ ਭੀੜ ਲੱਗ ਰਹੀ ਹੈਗੀ। ਬਹੁਤ ਖਾਣ ਪੀਣ ਦੀਆਂ ਦੁਕਾਨਾਂ ਉੱਪਰ ਲੋਕ 20-20 25-25 ਇੱਕ ਥਾਂ 'ਤੇ ਖੜੇ ਨੇ, ਤੇ ਇੱਕ ਦੂਜੇ ਦਾ ਖਿਆਲ ਨਹੀਂ ਕਰਦੇ, ਘੱਟੋ ਘੱਟ ਆਪਣਾ ਖਿਆਲ ਹੀ ਕਰਨ, ਪਿੱਛੇ ਹਟ ਜਾਣ। ਇਸ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਸਾਨੂੰ। ਅਸੀਂ ਜਿਹੜੇ ਆਪਣਾ ਖਿਆਲ ਰੱਖਾਂਗੇ ਤਾਂ ਹੀ ਅਸੀਂ ਇਸ ਤਰ੍ਹਾਂ ਦੀ ਮਹਾਮਾਰੀ ਤੋਂ ਬਚ ਸਕਦੇ ਹਾਂ। ਬਿਲਕੁਲ ਜੀ। ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟਦੇ ਹਾਂ। ਬਰਾੜ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਇੰਨੀ ਬਹੁਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤੇ ਦਰਸ਼ਕੋ, ਤੁਹਾਡਾ ਵੀ ਧੰਨਵਾਦ।